Ma'am, you're on mute. Now, is it okay? Am I audible? Yes, yes. Okay, thanks. So, my dear masters, my dear creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਕੱਲ ਅਸੀਂ ਇੱਕ ਬਹੁਤ ਹੀ ਖੂਬਸੂਰਤ ਜੀ ਜਗ੍ਹਾ ਦੇ ਉੱਤੇ ਆਪਣਾ ਸੈਸ਼ਨ ਨੂੰ ਐਂਡ ਕੀਤਾ ਸੀ ਕਿ ਐਕਸ਼ਨ ਉਹ ਕਿਸ ਤਰ੍ਹਾਂ ਹੋਏਗਾ, ਕਿਉਂਕਿ ਅਸੀਂ ਹਮੇਸ਼ਾ ਇਹ ਗੱਲ ਸਾਡੇ ਕੋਲੋਂ ਬੋਲੀ ਜਾਂਦੀ ਹੈ ਨਾ ਕਿ ਅਸੀਂ ਚਾਹੁੰਦੇ ਨਹੀਂ ਸੀ ਸਾਡੇ ਕੋਲੋਂ ਇਹ ਕੰਮ ਹੋ ਗਿਆ, ਤੇ ਉਹਦੇ ਪਿੱਛੇ ਪ੍ਰੋਸੈਸ ਕਿਹੜਾ ਸੀ ਉਹ ਕੱਲ ਸਮਝਿਆ ਸੀ, ਔਰ ਹਰ ਟਾਈਮ ਸਾਡੇ ਕੋਲ ਰਾਈਟ ਐਕਸ਼ਨ ਕਿਸ ਤਰ੍ਹਾਂ ਹੋਏ ਇਹ ਵੀ ਅਸੀਂ ਸਮਝ ਲਿਆ ਸੀ। ਹੁਣ ਅੱਜ ਅਸੀਂ ਆ ਰਹੇ ਹਾਂ ਆਪਣੇ ਪ੍ਰੈਕਟੀਕਲ ਪਾਰਟ ਦੇ ਉੱਤੇ। ਹੁਣ ਪ੍ਰੈਕਟੀਕਲ ਪਾਰਟ ਕਿਹੜਾ ਹੈ ਕਿ ਜਿਹੜੀ ਸਾਡੀ ਲਿਸਟ ਅਸੀਂ ਕਾਫੀ ਹਫ਼ਤੇ ਪਹਿਲੇ ਬਣਾਈ ਸੀ, ਇੱਕ ਲਿਸਟ ਜਿਹਦੇ ਚ ਅਸੀਂ ਆਪਣੀ ਡਿਜ਼ਾਇਰ ਦੇ ਬਾਰੇ ਗੱਲ ਕੀਤੀ ਸੀ ਕਿ ਸਾਡੇ ਟਰੂ ਡਿਜ਼ਾਇਰਸ ਕੀ ਨੇ। ਉਹ ਲਿਸਟ ਸਾਨੂੰ ਕਿ ਐਕਚੁਅਲੀ ਅਸੀਂ ਕੀ ਚਾਹੁੰਦੇ ਹਾਂ, ਸਾਡੀ ਟਰੂ ਡਿਜ਼ਾਇਰਸ ਕਿਸ ਨੇ, ਉਸਦੀ ਅਸੀਂ ਲਿਸਟ ਬਣਾਈ ਸੀ। ਔਰ ਹੁਣ ਉਹ ਜਿਹੜੀ ਲਿਸਟ ਸੀਗੀ, ਫਿਰ ਇੱਕ ਅਸੀਂ ਹੋਰ ਲਿਸਟ ਬਣਾਈ ਸੀਗੀ ਕਿ ਕਿਹੜੇ ਸਾਡੇ ਵਿਚਾਰ ਕਿਹੜੇ ਨੇ, ਜਿਹੜੇ ਵਿਚਾਰ ਉਹਨਾਂ ਵਿੱਚ ਜਿਹੜੀ ਮੇਰੀ ਡਿਜ਼ਾਇਰ ਨੇ, ਮੇਰੀ ਇੱਛਾ ਨੇ, ਉਹਦੇ ਵਿੱਚ ਰੁਕਾਵਟ ਪੈਦਾ ਕਰ ਰਹੇ ਨੇ, ਹਿੰਡਰੈਂਸ ਪੈਦਾ ਕਰ ਰਹੇ ਨੇ, ਬਾਧਾ ਬਣ ਰਹੇ ਨੇ, ਤੇ ਅਸੀਂ ਉਹਨਾਂ ਵਿਚਾਰਾਂ ਦੀ ਵੀ ਇੱਕ ਲਿਸਟ ਬਣਾਈ ਸੀ। ਤੇ ਇਸ ਹਫਤੇ ਅਸੀਂ ਕੀ ਕਰਨ ਵਾਲੇ ਹਾਂ, ਉਹ ਦੋਨਾਂ ਲਿਸਟ ਨੂੰ ਇਕੱਠੇ ਰੱਖਣ ਵਾਲੇ ਹਾਂ ਤਾਂ ਕਿ ਜਿਹੜੀਆਂ ਦੋਨੋਂ ਜਿਹੜੀਆਂ ਸਾਡੀ ਲਿਸਟ ਹੈ, ਇੱਕ ਮੇਰੇ ਡਿਜ਼ਾਇਰਸ ਔਰ ਮੇਰੇ ਡਿਜ਼ਾਇਰਸ ਦੇ ਵਿੱਚ ਰੁਕਾਵਟ ਪਾਉਣ ਵਾਲੀਆਂ ਮੇਰੇ ਥਾਟਸ। ਹੁਣ ਅਸੀਂ ਜਿਹੜਾ ਕ੍ਰੀਏਟਿੰਗ ਫਾਰਮੂਲਾ, ਅਸੀਂ ਜਿਸ ਦੇ ਉੱਤੇ ਬਹੁਤ ਡੀਪਲੀ ਕੰਮ ਕਰ ਚੁੱਕੇ ਹਾਂ, ਹੁਣ ਅਸੀਂ ਕੀ ਕਰਨਾ, ਕ੍ਰੀਏਟਿੰਗ ਫਾਰਮੂਲਾ ਆਪਣੇ ਲਿਖ ਲਾਂਗੇ ਪਹਿਲੇ ਪੇਪਰ ਦੇ ਉੱਤੇ, ਔਰ ਤਾਂ ਕਿ ਕ੍ਰੀਏਟਿੰਗ ਫਾਰਮੂਲਾ ਅਸੀਂ ਕੀ ਲਿਖਣਾ ਹੈ ਤਾਂ ਕਿ ਜਿਹੜਾ ਮੇਰਾ ਐਕਸ਼ਨ ਹੋਏ ਮੇਰੀ ਬਾਡੀ ਤੋਂ ਉਹ ਅਚਨਚੇਤ ਰਾਈਟ ਐਕਸ਼ਨ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਅਚਨਚੇਤ ਸਾਡੇ ਕੋਲੋਂ ਰੋਂਗ ਐਕਸ਼ਨਸ ਹੋ ਜਾਂਦੇ ਨੇ ਔਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਐਕਸਪੀਰੀਅੰਸਸ ਆ ਰਹੇ ਨੇ ਉਹ ਗਲਤ ਆ ਰਹੇ ਨੇ, ਦੁੱਖ ਤਕਲੀਫ ਇਹ ਸਾਰਿਆਂ ਬਾਰੇ। ਤਾਂ ਹੁਣ ਅਸੀਂ ਜਦੋਂ ਆਪਣੇ ਮੌਨ ਦੇ ਟਾਈਮ ਦੇ ਉੱਤੇ ਜਾਣਾ ਹੈ ਤੇ ਅਸੀਂ ਆਪਣੇ ਹਾਇਰ ਸੈਲਫ ਨੂੰ, ਉਸ ਅਕਾਲ ਪੁਰਖ ਨੂੰ, ਉਸ ਆਪਣੇ ਹਾਇਰ ਸੈਲਫ ਨੂੰ, ਆਪਣੇ ਗੁਰਮੁਖ ਵਾਲੇ ਪਾਰਟ ਨੂੰ ਅਸੀਂ ਕੀ ਕਹਿਣਾ ਹੈ ਕਿ ਅਸੀਂ ਹੈਲਪ ਲੈਣੀ ਹੈ ਉਹਦੇ ਕੋਲੋਂ ਇਸ ਫਾਰਮੂਲੇ ਨੂੰ ਕ੍ਰੀਏਟ ਕਰਨ ਵਾਸਤੇ। ਔਰ ਇਸ ਤੋਂ ਬਾਅਦ ਜਦੋਂ ਅਸੀਂ ਫਾਰਮੂਲਾ ਕ੍ਰੀਏਟ ਕਰ ਲਾਂਗੇ, ਫਿਰ ਯੈਸ ਔਰ ਨੋ ਦਾ ਸਿਗਨਲ ਲੈਣਾ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤਾਂ ਕਿ ਅਸੀਂ ਆਪਣੇ ਯੈਸ ਔਰ ਨੋ ਦਾ ਸਿਗਨਲ ਲੈ ਸਕੀਏ। ਔਰ ਕ੍ਰੀਏਟਿੰਗ ਫਾਰਮੂਲੇ ਨੂੰ ਅਸੀਂ ਕੰਫਰਟੇਬਲੀ ਫੀਲ ਕਰਨਾ ਹੈ। ਹਰ ਇੱਕ ਪੰਕਤੀ, ਜਿਹੜੀਆਂ ਵੀ 7 ਸੈਂਟੈਂਸ ਨੇ, ਉਹਦੇ ਛੋਟੇ ਛੋਟੇ ਜਿਹੜੇ 7 ਸ਼ਬਦ ਨੇ, ਉਹਨਾਂ 7 ਸ਼ਬਦਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਕੋਰਿਲੇਟ ਕਰ ਲੈਣਾ, ਬਿਲਕੁਲ ਉਹਦੇ ਅੰਦਰ ਚਲੇ ਜਾਣਾ ਹੈ ਤਾਂ ਕਿ ਚੀਜ਼ਾਂ ਨੂੰ ਰਾਈਟ ਐਕਸ਼ਨ ਮੇਰੀ ਬਾਡੀ ਦੇ ਵਿੱਚੋਂ ਕਿਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਏ। ਪਹਿਲੇ ਅਸੀਂ ਇਹਦੇ ਤੇ ਥੋੜਾ ਜਿਹਾ ਪ੍ਰੈਕਟੀਕਲ ਕਰ ਲਈਏ। ਪ੍ਰੈਕਟੀਕਲ ਕਿਸ ਤਰ੍ਹਾਂ ਹੈ, ਜਿਸ ਤਰ੍ਹਾਂ ਹੁਣ ਮੰਨ ਲਓ ਕਿ ਮੈਨੂੰ ਲੱਗ ਰਿਹਾ ਸੀ ਬਿਮਾਰੀ ਦੀ ਹੀ ਗੱਲ ਕਰ ਲਈਏ। ਅੱਜ ਕੱਲ ਆਮ ਤਰ ਲੋਕਾਂ ਨੂੰ 2 ਬਿਮਾਰੀਆਂ ਆਮ ਨੇ, ਇੱਕ ਹਾਰਟ ਅਟੈਕ ਔਰ ਦੂਸਰਾ ਡਾਇਬੀਟੀਜ਼। ਔਰ ਮੈਂ ਹੁਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਕ੍ਰੀਏਟਿੰਗ ਫਾਰਮੂਲੇ 'ਚ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਲੈ ਕੇ ਜਾਵਾਂਗੀ। ਅਗਰ ਮੈਂ ਕ੍ਰੀਏਟਿੰਗ ਫਾਰਮੂਲਾ ਬਣਾ ਰਹੀ ਹਾਂ ਔਰ ਮੈਂ ਦੇਖ ਰਹੀ ਹਾਂ ਕਿ ਮੇਰੇ ਕੋਲ ਡਾਇਬੀਟੀਜ਼ ਆ ਗਈ, ਸਮਝੋ ਡਾਇਬੀਟੀਜ਼ ਆ ਗਈ, ਹੁਣ ਮੇਰੀ ਜਿਹੜੀ ਸੋਚ ਦੇ ਵਿੱਚ ਕੀ ਚੱਲ ਰਿਹਾ ਕਿ ਮੈਨੂੰ ਡਾਇਬੀਟੀਜ਼ ਹੈ, ਮੈਂ ਇਹ ਖਾ ਸਕਦੀ ਹਾਂ, ਮੈਂ ਇਹ ਨਹੀਂ ਖਾ ਸਕਦੀ। ਤਾਂ ਸਭ ਤੋਂ ਪਹਿਲੇ ਤਾਂ ਮੈਂ ਹੁਣ ਕ੍ਰੀਏਟਿੰਗ ਫਾਰਮੂਲੇ ਦੇ ਵਿੱਚ ਕੀ ਕਰਾਂਗੀ, ਗੋਡ ਦੇ ਕੋਲ ਚਲੇ ਜਾਵਾਂਗੀ, ਪਰਮਾਤਮਾ ਦੀ ਇਸ ਕੁਆਲਿਟੀ ਦੇ ਬਾਰੇ ਸੋਚਾਂਗੀ ਕਿ ਪਰਮਾਤਮਾ ਬਿਮਾਰ ਹੁੰਦਾ ਹੈ ਕਿਆ। ਪਰਮਾਤਮਾ ਨੇ ਬਿਮਾਰੀ ਦਾ ਨਾਂ ਤਾਂ ਕਿਤੇ ਵੀ ਨਹੀਂ ਲਿਖਿਆ, ਸਿੰਗਲ ਥਾਟ ਦੇ ਵਿੱਚ ਬਿਮਾਰੀ ਦਾ ਨਾਮ ਤਾਂ ਹੈ ਹੀ ਨਹੀਂ, ਹੈਲਥ ਹੈ। तो गॉड इज हेल्थ, परमात्मा की है हेल्थ, परमात्मा हेल्थ है और हेल्थ के बारे सोचना शुरू कर दी। परमात्मा तंदुरुस्ती है, जिथे परमात्मा उथे बीमारी हो ही नहीं सकती। जानवर ਨੂੰ ਕਦੀ ਡਾਇਬੀਟੀਜ਼ ਨਹੀਂ ਹੁੰਦੀ, ਕਦੀ ਹਾਰਟ ਅਟੈਕ ਨਹੀਂ ਆਉਂਦਾ। ਹਾਂ ਵੈਸੇ ਉਹਨਾਂ ਨੂੰ ਦੂਸਰੀਆਂ ਬਿਮਾਰੀਆਂ ਆ ਜਾਣ ਅਲੱਗ ਹੈ, ਲੇਕਿਨ ਡਾਇਬੀਟੀਜ਼ ਹਾਰਟ ਅਟੈਕ ਇਹਨਾਂ ਜਾਨਵਰਾਂ ਨੂੰ ਨਹੀਂ ਆਉਂਦਾ। ਤਾਂ ਅਸੀਂ ਬੈਠ ਕੇ ਆਰਾਮ ਨਾਲ ਸੋਚਣਾ ਹੈ ਤਾਂ ਮੈਂ ਕੌਣ ਹਾਂ, आई एम हेल्थ, इफ गॉड इज हेल्थ then I am also health। फिर मैं आ गई आई ਦੇ ਉੱਤੇ, ਯਾਨੀ ਇਹਨੂੰ ਮੈਂ ਤਾਂ ਥੋੜਾ ਜਿਹਾ ਦੱਸ ਰਹੀ ਹਾਂ, ਪਰਮਾਤਮਾ ਤੰਦਰੁਸਤੀ
है इस तंदुरुस्ती ਨੂੰ ਅਸੀਂ ਫੀਲ ਕਰਨਾ ਜਦੋਂ ਉਹਨੇ ਸਾਨੂੰ ਬਣਾਇਆ ਸੀ ਸਾਡੇ ਸਾਰੇ ਆਰਗਨ ਇੱਕ ਨਿੱਕੀ ਜਿੰਨੀ ਬੂੰਦ ਦੇ ਵਿੱਚ ਉਹਨੇ ਇੰਨਾ ਵੱਡਾ ਸਾਡਾ ਸਰੀਰ ਬਣਾ ਕੇ ਰੱਖ ਦਿੱਤਾ ਹਰ ਚੀਜ਼ ਮੇਰੀ ਬਾਡੀ ਦੇ ਵਿੱਚ ਆਪਣੇ ਆਪ ਹੁੰਦੀ ਚਲੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਨੂੰ ਨੌਲੇਜ ਕੀ ਕਰਨੀ ਹੈ ਕਿ ਸਾਡੀ ਬਾਡੀ ਆਪਣੇ ਆਪ ਨੂੰ ਹੀਲ ਕਰ ਲੈਂਦੀ ਹੈ ਦਵਾਈਆਂ ਉਹਨੂੰ ਹੀਲ ਕਰਨ 'ਚ ਸਪੋਰਟ ਨਹੀਂ ਕਰਦੀਆਂ ਇਹ ਸਾਨੂੰ ਇਸ ਗੱਲ ਦਾ ਪਰਫੈਕਟ ਹੋਣਾ ਚਾਹੀਦਾ ਸਾਡੇ ਸੈੱਲ ਬਦਲ ਜਾਂਦੇ ਨੇ ਸਾਡੇ ਬਲੱਡ ਬਦਲ ਜਾਂਦਾ ਹੈ ਹੱਡੀਆਂ ਦੇ ਅੰਦਰ ਦੇ ਜਿਹੜੇ ਉਹ ਨੇ ਉਹ ਸਭ ਚੀਜ਼ਾਂ ਪੂਰੀ ਦੀ ਪੂਰੀ ਬਾਡੀ ਦੇ ਵਿੱਚੋਂ ਇੱਕ ਚੀਜ਼ ਬਦਲ ਜਾਂਦੀ ਹੈ ਆਟੋਮੈਟਿਕਲੀ ਖਾਸ ਕਰ ਜਦੋਂ ਅਸੀਂ ਪਲਾਸਟਰ ਲਗਾਉਂਦੇ ਹਾਂ ਤੇ ਅਸੀਂ ਦੇਖਣਾ ਕਿ ਡਾਕਟਰ ਕੀ ਕਰਦਾ ਜਦੋਂ ਸਾਡਾ ਕੁਝ ਹੋ ਜਾਂਦਾ ਹੈ ਉਹ ਪਲਾਸਟਰ ਲਗਾ ਕੇ ਸਾਨੂੰ ਛੋੜ ਦਿੰਦਾ ਹੈ ਪਲਾਸਟਰ ਦੇ ਵਿੱਚ ਉਹਨੇ ਕੋਈ ਦਵਾਈ ਨਹੀਂ ਲਗਾ यस तो डॉक्टर सॉरी मैं कितने से की यस कि ऑफ कोर्स मेरे दिमाग से चला गया इस टाइम में की बात कर रही सी शायद मैं ਇੱਥੇ ਹੀ ਸੀਗੀ ਕਿ ਅਸੀਂ ਜਿਹੜਾ ਸੈੱਲ ਉਹ ਆਫਿਸ ਦੇ ਵਿੱਚੋਂ ਜਦੋਂ ਜਾਂਦਾ ਹੈ ਉਹਨੂੰ ਤੇ ਜਿਹੜਾ ਆਦਮੀ ਉਹਨੂੰ ਟੇਕ ਓਵਰ ਕਰਨ ਲਈ ਆਂਦਾ ਉਹਨੂੰ ਸਾਰੀਆਂ ਚੀਜ਼ਾਂ ਸਮਝਾ ਕੇ ਜਾਂਦਾ ਹੈ ਠੀਕ ਐਸੇ ਤਰੀਕੇ ਨਾਲ ਜਦੋਂ ਸਾਡੇ ਸੈੱਲ ਮਰ ਰਹੇ ਹੁੰਦੇ ਨੇ ਔਰ ਸਾਡੇ ਅੰਦਰੋਂ ਇਹ ਥਾਟ ਹੀ ਨਹੀਂ ਜਾਂਦਾ ਕਿ ਮੈਂ ਬਿਮਾਰ ਹਾਂ ਤਾਂ ਨया ਸੈੱਲ ਪੁਰਾਣਾ ਸੈੱਲ ਨਏ ਸੈੱਲ ਨੂੰ ਬੋਲ ਕੇ ਜਾਂਦਾ ਵੀ ਤੈਨੂੰ ਇਹ ਬਿਮਾਰੀ ਹੈ ਤੇ ਸਾਨੂੰ ਉਹ ਬਿਮਾਰੀ ਕੰਟੀਨਿਊ ਹੋ ਜਾਂਦੀ ਜਦ ਕਿ ਟੋਟਲੀ ਹਰ ਚੀਜ਼ ਚੇਂਜ ਹੋ ਜਾਂਦੀ ਹੈ ਤਾਂ ਅਸੀਂ ਇਹ ਸਾਰੀ ਨੌਲੇਜ ਗੇਨ ਕਰਨੀ ਹੈ ਔਰ अपने अंदर रखना है कि परमात्मा ने बीमारी नाम की चीज बनाई ही नहीं मेरी बॉडी खुद ब खुद हील हो जाती है फिर अपने आप को महसूस करना है कि यस मेरे अंदर कोई भी तकलीफ नहीं है मैं भी तंदुरुस्त हाँ आई एम हेल्दी आई एम हेल्दी आई एम हेल्दी फिर अगों कहना क्लेम एंड एक्सेप्ट जदों असी कर लेना कि मैं दावा कर लिया इस चीज का और एक्सेप्ट भी कर लिया और थॉट मेरा की है कि मैं ਜਿਹੜੀਆਂ भी मेरे बीमारी के इंसीडेंट ਜਿਹੜੀ भी बीमारी दी चीज़ां मैं फील कर रही हाँ किसी ने मैनू रोक दिता किसी ने मैनू टोक दिता बीमारी दे करके तू ऐ नहीं खा सकती तू ऐ नहीं खा सकती इत्थे नहीं जा सकती जो कुछ भी जेड़े भी मेरे अंदर उस बीमारी नू लैके मेरे अंदर दर्द की फीलिंग आ रही है दुख की फीलिंग आ रही है इन्हां सारे नू मैं की करना है एक्सेप्ट किस तरह करना है इन्हां नू क्लेम और एक्सेप्ट किस तरह करना है फॉरगिवनेस के भाव के नाल एक इंसीडेंट नू याद करिए मैं कदों कदों अपनी बॉडी दे नाल ਉਹਨੂੰ ਕਿਹਾ ਕਿ ਤੂੰ ਇਹ ਨਹੀਂ ਕਰ ਸਕਦੀ ਜਾਂ ਆਪਣੀ ਬਾਡੀ ਨੂੰ ਦੁੱਖ ਦਿੱਤਾ ਕਿ ਮੈਨੂੰ ਡਾਇਬੀਟੀਜ਼ ਹੈ ਔਰ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਨੂੰ ਹਾਰਟ ਅਟੈਕ ਹੈ ਮੈਂ ਇਹ ਕੰਮ ਨਹੀਂ ਕਰ ਸਕਦੀ ਜਾਂ ਕਿਸੇ ਨੇ ਮੈਨੂੰ ਰੋਕਿਆ ਮੈਂ ਉਹਦੇ ਤੇ ਗੁੱਸਾ ਕੀਤਾ ਜਾਂ ਆਪਣੀ ਬਾਡੀ ਤੇ ਗੁੱਸਾ ਕੀਤਾ ਯਾਨੀ ਇਸ ਬਿਮਾਰੀ ਨੂੰ ਲੈ ਕੇ ਜਦੋਂ ਵੀ ਮੈਂ ਦੁੱਖ ਦੀ ਫੀਲਿੰਗ ਦੇ ਵਿੱਚ ਗਈ ਉਹਨਾਂ ਸਾਰੀਆਂ ਫੀਲਿੰਗਸ ਲਈ ਮੈਂ ਕੀ ਕਰਨ ਵਾਲੀ ਹਾਂ फॉरगिवनेस का भाव फॉरगिवनेस करन वाली है और फॉरगिवनेस का फीलिंग जदों जिस तरह ही मेरे फॉरगिव करती चली जावांगी अपने अंदर एक सुकून मैनू महसूस होएगा फिर मैं उन्होंने थैंक्स बोलने वाली हाँ क्योंकि जिहड़ी भी मेरी नेगेटिविटी की फीलिंग उस बीमारी नू लैके या तो मैं आप क्रिएट की या किसी लोगों ने मेरे लिए क्रिएट कर दी क्योंकि फैमिली मैंबर्स भी तो आ जाते हैं ना कि तुहानू बीमार है तुसीं ऐ नहीं खा सकते तो यह सारियां चीज़ां होनियां शुरू हो जांदियां ने तो दोनों की नेगेटिविटी नू मैं क्लीयर करना है और करते करते की करना है थैंक्स के उत्ते शिफ्ट कर जाना है फिर एमिन कह देना कि यस यह चीज़ हो चुकी फिर वो क्लेम करना भी छोड़ देना क्योंकि एक बार मैं अगर प्रोसेस कर लिया तो फिर कुदरत के प्रोसेस है तो ऑटोमेटिकली चीज़ां हो रही ने तो मेरी बॉडी भी हील हो चुकी इस अवस्था के नाल जिस तरह असी लोग कह देने वाहिगुरू जी का खालसा वाहिगुरू जी की फतेह तो ए वाला डन दी फीलिंग यानी डन दी फीलिंग आ गई कि प्रार्थना जो मेरी सीगी जो मेरा क्लेम सीगा ए एक्सेप्ट हो चुका तो बार बार मैनू प्रूव करने की जरूरत नहीं है इस तरीके दे नाल असी बड़े आरामदायक तरीके दे नाल बड़े किन्नू कहंदे ना कि विश्वास दे नाल प्यार दे नाल बड़े भावना दे नाल पूरी फीलिंग्स दे असी प्रैक्टिस करन वाले हैं और देखांगे कि यह बीमारी साडी जिंदगी चो ऑटोमैटिकली चली जाएगी क्यों कनैक्ट किहदे नाल हो गई ईश्वर दे थॉट दे नाल हुण असी दोबारा इस तो बाद असी की करांगे जदों असी कल करांगे नैक्सट डे असी की करन वाले हैं कोई भी एक्टिविटी
ਜਿਹੜੀ ਅਸੀਂ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ ਆਪਣੇ ਜੀਵਨ ਦੇ ਵਿੱਚ, ਜਿਹੜੀ ਸਾਡੀ ਲਿਸਟ ਹੈ ਜਿਹਦੇ ਚ ਅਸੀਂ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਐਕਸਪੀਰੀਅੰਸ ਕਰਨਾ ਚਾਹੁੰਦੇ ਹਾਂ, ਉਹਨਾਂ ਦੇ ਵਿੱਚੋਂ ਰੈਂਡਮਲੀ ਕੋਈ ਵੀ ਅਸੀਂ ਇੱਕ ਐਕਟੀਵਿਟੀ ਉਠਾਵਾਂਗੇ ਔਰ ਦੇਖਾਂਗੇ ਯੈਸ ਕੋਈ ਵੀ ਐਕਸਪੀਰੀਅੰਸ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਉਸ ਐਕਟੀਵਿਟੀ ਨੂੰ ਅਸੀਂ ਪਿਕ ਕਰਾਂਗੇ ਔਰ ਚੀਜ਼ ਅਸੀਂ ਉਹ ਪਕੜਾਂਗੇ ਜਿਸ ਤਰ੍ਹਾਂ ਅੱਗੇ ਵੀ ਕਿਹਾ ਸੀ ਜਿਹਦੇ ਤੇ ਮੈਨੂੰ ਵਿਸ਼ਵਾਸ ਹੋ ਜਾਏ। ਐਟਲੀਸਟ ਸਟਾਰਟਿੰਗ ਦੇ ਵਿੱਚ ਛੋਟੀ ਛੋਟੀਆਂ ਚੀਜ਼ਾਂ ਦੇ ਉੱਤੇ ਛੋਟੇ ਛੋਟੇ ਕਦਮ ਚੁੱਕਾਂਗੇ ਤਾਂ ਕਿ ਮੇਰਾ ਵਿਸ਼ਵਾਸ ਪਹਿਲੇ ਡਿਵੈਲਪ ਹੋ ਜਾਏ। ਬਾਅਦ ਚ ਮੈਂ ਵੱਡੀਆਂ ਚੀਜ਼ਾਂ ਦੇ ਬਾਰੇ ਵੀ ਗੱਲ ਕਰਾਂਗੀ, ਲੇਕਿਨ ਪਹਿਲੇ ਅਸੀਂ ਛੋਟੇ ਛੋਟੇ ਕਦਮ ਉਠਾਈਏ ਤਾਂ ਕਿ ਸਾਨੂੰ ਵਿਸ਼ਵਾਸ ਹੋ ਜਾਏ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਬਿਲਕੁਲ ਮੈਂ ਅਚੀਵ ਕਰ ਸਕਦੀ। ਮੇਰੇ ਮਾਈਂਡ ਨੂੰ ਜਿਹੜਾ ਉਹ ਵਾਲਾ ਮਾਈਂਡ ਜਿਹੜਾ ਮੇਰਾ ਇਸ ਦੁਨੀਆ ਦੇ ਨਾਲ ਜੁੜਿਆ ਹੋਇਆ ਹੈ, ਤੇ ਇਹਨਾਂ ਚੀਜ਼ਾਂ ਨੂੰ ਕਰ ਲਈਏ ਔਰ ਹਰ ਚੀਜ਼ ਇਸ ਧਰਤੀ ਦੇ ਉੱਤੇ ਪੋਸੀਬਲ ਹੈ, ਹਰ ਚੀਜ਼ ਪੋਸੀਬਲ ਹੈ। ਇਹ ਸਾਨੂੰ ਧੀਰੇ ਧੀਰੇ ਆਟੋਮੈਟਿਕਲੀ ਪਤਾ ਚੱਲ ਜਾਏਗਾ। ਫॉर ਇਸ ਨੂੰ ਕਰਨ ਵਾਸਤੇ ਕਿ ਸਾਨੂੰ ਜੋ ਮੈਂ ਈਸ਼ਵਰ ਦੀਆਂ ਕੁਆਲਿਟੀਆਂ ਨੇ, ਜੋ ਮੈਂ ਚੀਜ਼ ਮੈਨੀਫੈਸਟ ਕਰਨਾ ਚਾਹ ਰਹੀ ਹਾਂ, ਉਸ ਐਕਸਪੀਰੀਅੰਸ ਨੂੰ ਮੈਨੀਫੈਸਟ ਕਰਨ ਲਈ ਜਿਹੜੇ ਮੈਨੂੰ ਕਰਨਾ ਕਿ ਜਿਹੜੇ ਮੇਰੇ ਡਾਊਟਸ ਨੇ, ਜਿਹੜੀ ਮੇਰੀਆਂ ਚਿੰਤਾਵਾਂ ਨੇ, ਜਿਹੜੇ ਮੇਰੇ ਡਰ ਨੇ, ਜਿਹੜੀ ਮੇਰੀ ਕਲਪਨਾ ਹੈ, ਮੈਂ ਉਸ ਕਲਪਨਾ ਨੂੰ ਜਿਹੜੇ ਕਿ ਇਸ ਬਲੌਕ ਬਣਾ ਰਹੇ ਨੇ, ਰੁਕਾਵਟ ਪੈਦਾ ਕਰਨੇ ਨੇ, ਉਹਨਾਂ ਨੂੰ ਮੈਂ ਸਭ ਤੋਂ ਪਹਿਲੇ ਰਿਲੀਜ਼ ਕਰਨਾ ਹੈ। ਇਸ ਕਰਕੇ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਉਹੀ ਉਠਾਵਾਂਗੀ ਜਿਹੜੀਆਂ ਕਿ ਮੇਰੇ ਜੀਵਨ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦੀ ਹਾਂ। ਹੁਣ ਨੈਕਸਟ ਜਦੋਂ ਅਸੀਂ ਕਰਨਾ ਹੈ, ਉਦੋਂ ਅਸੀਂ ਕੀ ਕਰਨਾ ਹੈ, ਇਸ ਫਾਰਮੂਲੇ ਨੂੰ ਜਦੋਂ ਮੈਂ ਛੋਟੇ ਛੋਟੇ ਦੇ ਉੱਤੇ ਮੈਂ ਪੂਰਾ ਆਪਣੇ ਆਪ ਨੂੰ ਦੇਖਾਂਗੀ ਮੈਂ ਸਟੇਬਲ ਹੋ ਗਈ ਹਾਂ, ਮੈਨੂੰ ਹੋ ਗਿਆ ਹੈ, ਫਿਰ ਜਦੋਂ ਮੇਰਾ ਨੈਕਸਟ ਮੌਨ ਦਾ ਟਾਈਮ ਆਏਗਾ ਉਦੋਂ ਮੈਂ ਜਿਹੜੀ ਐਕਟੀਵਿਟੀ ਚੂਜ਼ ਕਰਨੀ ਆ ਉਹ ਮੈਂ ਕਿਹੜੀ ਚੂਜ਼ ਕਰਨੀ ਹੈ, ਮੇਰੇ ਹਾਈਐਸਟ ਇੰਟਰਸਟ, ਮੇਰੀ ਹਾਈਐਸਟ ਇੰਟਰਸਟ ਯਾਨੀ ਜਿਹੜੀ ਯੂਨੀਵਰਸ ਦੇ ਨਾਲ ਜੁੜੀ ਹੋਈ ਹੈ, ਜਿਹੜੀ ਅਕਾਲ ਪੁਰਖ ਦੇ ਨਾਲ ਜੁੜੀ ਹੋਈ ਹੈ, ਜਿਸ ਕੰਮ ਦੇ ਕਰਨ ਦੇ ਨਾਲ, ਜਿਸ ਐਕਸ਼ਨ ਦੇ ਕਰਨ ਦੇ ਨਾਲ ਪੂਰੇ ਸੰਸਾਰ ਦਾ ਭਲਾ ਹੋਣ ਵਾਲਾ ਹੈ, ਇਹੋ ਜਿਹੀ ਮੈਂ ਕੋਈ ਵੱਡੀ ਐਕਟੀਵਿਟੀ ਚੁਣਨ ਵਾਲੀ ਹਾਂ। ਔਰ ਇਹ ਵੀ ਅਸੀਂ ਕਿਸ ਤਰ੍ਹਾਂ ਕਰਨਾ ਹੈ, ਠੀਕ ਉਸੇ ਤਰੀਕੇ ਦੇ ਨਾਲ ਆਪਣੇ ਹਾਇਰ ਸੈਲਫ ਨੂੰ ਕਹਿਣਾ ਹੈ ਔਰ ਸਿਗਨਲ ਲੈਣ ਤੋਂ ਬਾਅਦ, ਸਿਗਨਲ ਜ਼ਰੂਰ ਲੈਣਾ ਹੈ, ਸਿਗਨਲ ਲੈਣ ਤੋਂ ਬਾਅਦ ਫਿਰ ਉਹਨੂੰ ਕਹਿਣਾ ਹੈ ਕਿ ਇਹ ਮੇਰੇ ਲਈ ਬਿਲਕੁਲ ਠੀਕ ਹੈ ਕਿ ਮੈਂ ਜੋ ਮੈਂ ਐਕਸ਼ਨ ਕਰਨਾ ਚਾਹ ਰਹੀ ਹਾਂ, ਜੋ ਮੈਂ ਐਕਸ਼ਨ ਚਾਹ ਰਹੀ ਹਾਂ ਮੇਰੀ ਜ਼ਿੰਦਗੀ ਦੇ ਵਿੱਚ, ਮੰਨ ਲਓ ਕਿ ਮੈਂ ਚਾਹ ਰਹੀ ਹਾਂ ਮੈਂ ਮਾਨਵਤਾ ਦੀ ਸੇਵਾ ਕਰਾਂ, ਕੋਈ ਗੁਰਦੁਆਰੇ 'ਚ ਜਾ ਕੇ ਕੰਮ ਕਰਾਂ, ਕਿਸੇ ਪਿਰਾਮਿਡ 'ਚ ਜਾ ਕੇ ਕੰਮ ਕਰਾਂ, ਲੋਕਾਂ ਦੀ ਹੈਲਪ ਕਰਾਂ, ਜਿਸ ਵੀ ਤਰੀਕੇ ਦੇ ਨਾਲ ਮੇਰੇ ਅੰਦਰੋਂ ਥਾਟ ਆ ਰਿਹਾ ਤੇ ਕੀ ਮਤਲਬ ਇਹ ਜੋ ਕੁਝ ਵੀ ਮੈਂ ਕਰਨਾ ਚਾਹ ਰਹੀ ਹਾਂ ਇਹ ਬਿਲਕੁਲ ਵਾਈਜ਼ ਹੈ, ਬਿਲਕੁਲ ਠੀਕ ਹੈ, ਇਹ ਜੋ ਮੈਂ ਸੋਚ ਰਹੀ ਹਾਂ ਇਹ ਬਿਲकुल ਠੀਕ ਹੈ। ਔਰ ਅਗਰ ਮੈਨੂੰ ਯੈਸ ਆਂਸਰ ਆਂਦਾ ਹੈ ਤੇ ਫਿਰ ਮੈਂ ਉਸ ਚੀਜ਼ ਦੇ ਨਾਲ ਅੱਗੇ ਚਲੀ ਜਾਵਾਂਗੀ, ਔਰ ਅਗਰ ਨੋ ਆਂਦਾ ਹੈ ਤੇ ਮੈਂ ਫਿਰ ਆਪਣੇ ਆਪ ਨੂੰ ਰੋਕਾਂਗੀ ਔਰ ਫਿਰ ਦੁਬਾਰਾ ਉਹਦੇ ਕੋਲੋਂ ਪੁੱਛਾਂਗੀ ਕਿ ਯੈਸ ਦਾ ਸਿਗਨਲ ਕਿਹੜਾ ਆਂਦਾ ਹੈ। ਔਰ ਜਦੋਂ ਮੈਨੂੰ ਯੈਸ ਦਾ ਸਿਗਨਲ ਆ ਜਾਂਦਾ ਹੈ ਫਿਰ ਅਸੀਂ ਉਹ ਕ੍ਰੀਏਟਿੰਗ ਫਾਰਮੂਲਾ ਲਿਖਾਂਗੇ ਜਿਹੜਾ ਸੀ, ਜਿਸ ਤਰ੍ਹਾਂ ਉਹਨਾਂ ਨੂੰ ਸ਼ਾਰਟ ਦੇ ਵਿੱਚ ਅਸੀਂ ਪਹਿਲੇ ਕਰਕੇ ਆ ਚੁੱਕੇ ਹਾਂ। ਔਰ ਫਿਰ ਦੇਖਣਾ ਹੈ ਕਿ ਜਦੋਂ ਫਾਰਮੂਲਾ ਲਿਖਾਂਗੇ ਤੇ ਸਾਨੂੰ ਥਾਟ ਪ੍ਰਕਟ ਦੇ ਵਿੱਚ ਆ ਜਾਏਗਾ ਕਿ ਕਿਹੜਾ ਵਿਚਾਰ ਮੇਰੀ ਇਸ ਹਾਈਐਸਟ ਡਿਜ਼ਾਇਰ ਨੂੰ ਪੂਰਾ ਕਰਨ ਦੇ ਵਿੱਚ ਰੁਕਾਵਟ ਬਣ ਰਿਹਾ ਹੈ, ਤੇ ਫਿਰ ਅਸੀਂ ਉਸ ਵਿਚਾਰ ਨੂੰ ਡੀਲ ਕਰਨਾ ਹੈ, ਉਹ ਸਾਨੂੰ ਪਤਾ ਹੀ ਹੈ। ਫਿਰ ਉਸ ਅਗੇਨ ਅਸੀਂ ਯੈਸ ਔਰ ਨੋ ਦਾ ਫਾਰਮੂਲਾ ਜਿਹੜਾ ਹੈ ਸਿਗਨਲ ਉਹ ਅਸੀਂ ਜ਼ਰੂਰ ਲੈਣ ਵਾਲੇ ਹਾਂ ਤਾਂ ਕਿ ਸਾਨੂੰ ਪਤਾ ਚੱਲ ਜਾਏ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਬਿਲਕੁਲ ਕਰੈਕਟ ਹੈ, ਬਿਲਕੁਲ ਠੀਕ ਹੈ, ਹਾਇਰ ਦੇ ਨਾਲ ਜੁੜੀਆਂ ਹੋਈਆਂ ਹੋ ਕੇ, ਜੁੜੇ ਹੋਣ ਤੋਂ ਬਾਅਦ ਹੀ ਇਹ ਚੀਜ਼ਾਂ ਮੇਰੀ ਜ਼ਿੰਦਗੀ 'ਚ ਆ ਰਹੀਆਂ ਨੇ। ਯਾਦ ਸਾਨੂੰ ਕੀ ਰੱਖਣਾ ਕਿ ਅਸੀਂ ਹੁਣ ਵੀ ਇਸ ਟੈਕਨੀਕ ਨੂੰ ਯੂਜ਼ ਕਰ ਰਹੇ ਹਾਂ, ਸਿੱਖ ਰਹੇ ਹਾਂ, ਯੂਜ਼ ਕਰਨਾ ਸਿੱਖ ਰਹੇ ਹਾਂ, ਹਾਲੇ ਮਾਸਟਰੀ ਨਹੀਂ ਹੋਈ ਹੈ ਇਸ ਟੈਕਨੀਕ ਦੇ ਉੱਤੇ, ਸਿੱਖ ਰਹੇ ਹਾਂ ਅਸੀਂ ਧੀਰੇ ਧੀਰੇ ਇਸ ਟੈਕਨੀਕ ਨੂੰ। ਸੋ ਸਾਨੂੰ ਇੱਕਦਮ ਜਲਦਬਾਜ਼ੀ ਨਹੀਂ ਕਰਨੀ ਹੈ ਕਿ ਯਸ ਅੱਜ ਹੀ ਮੈਂ ਇੱਕ ਟਾਈਮ ਫਾਰਮੂਲਾ ਬੋਲਿਆ ਔਰ ਮੈਨੂੰ ਲੱਗਦਾ ਮੈਂ ਫੀਲ ਕਰ ਲਿਆ ਨਾ, ਅੱਛੇ ਤਰੀਕੇ ਨਾਲ ਇਸ ਫਾਰਮੂਲੇ ਦੇ ਅੰਦਰ ਗਹਿਰਾਈ 'ਚ ਜਾਣਾ ਹੈ, ਫੀਲ ਕਰਕੇ ਇਹਦੀ ਪ੍ਰੈਕਟਿਸ ਕਰਨੀ ਹੈ। ਔਰ ਇਹੀ ਦੋ ਫਾਰਮੂਲੇ ਅਸੀਂ ਇਸ ਹਫਤੇ 'ਚ ਕਰਨ ਵਾਲੇ ਹਾਂ, ਇੱਕ ਸਿੰਪਲ ਮੇਰੀ ਜਿਹੜੀ ਡਿਜ਼ਾਇਰ ਹੈ ਉਹਦੇ ਲਈ ਫਾਰਮੂਲਾ ਬਣਾਉਣਾ, ਔਰ ਇੱਕ ਮੇਰੀ ਹਾਇਰ ਡਿਜ਼ਾਇਰ ਵਾਸਤੇ ਜਿਹੜੀ ਮੇਰੀ ਹਾਇਰ ਡਿਜ਼ਾਇਰ ਹੈ, ਹਾਇਰ ਐਕਟੀਵਿਟੀ ਜਿਹੜੀ ਮੈਂ ਚਾਹਨੀ ਹਾਂ ਮੇਰੀ ਬੋਡੀ ਦੇ ਦੁਆਰਾ ਹੋਏ ਕਿਰਿਆ, ਉਹਦੇ ਲਈ ਅਸੀਂ ਕਰਨ ਵਾਲੇ ਹਾਂ। ਕੰਫਰਟੇਬਲ ਰਹਿਣਾ ਹੈ ਔਰ ਗਰਾਊਂਡਡ ਰਹਿਣਾ ਹੈ, ਯਾਨੀ ਆਪਣੇ ਆਪ ਨੂੰ ਕਿਹਾ ਜਾਂਦਾ ਨਾ ਕਿ ਕਿਉਂਕਿ ਕੁਝ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਸਾਨੂੰ ਲੱਗਦਾ ਕਿ ਬਸ ਅਸੀਂ ਤਾਂ ਹੁਣ ਸਭ ਕੁਝ ਕ੍ਰੀਏਟ ਕਰ ਸਕਦੇ ਹਾਂ, ਇਹ ਫੀਲਿੰਗ ਵੀ ਆ ਸਕਦੀ ਹੈ। ਤਾਂ ਇਸ ਲਈ ਸਾਨੂੰ ਆਪਣੇ ਆਪ ਨੂੰ ਗਰਾਊਂਡਡ ਵੀ ਰੱਖਣਾ ਹੈ ਔਰ ਅਸੀਂ ਫਿਰ ਧੀਰੇ ਧੀਰੇ ਸਾਨੂੰ ਹੈਬਿਟ ਪੈ ਜਾਏਗੀ ਔਰ ਅਸੀਂ ਇਸ ਨੂੰ ਆਟੋਮੈਟਿਕਲੀ ਸਾਡੇ ਜੀਵਨ ਦਾ ਇਹ ਇੱਕ ਅਭਿੰਨ ਅੰਗ ਬਣ ਜਾਏਗਾ।
ਔਰ ਸਾਰੇ ਥਾਟ ਜਿਹੜੇ ਮੇਰੇ ਅੰਦਰ ਚੱਲ ਰਹੇ ਨੇ ਉਹਨਾਂ ਦੇ ਦੁਆਰਾ ਮੈਂ ਕੀ ਐਕਸਪੀਰੀਅੰਸ ਕਰ ਸਕਨੀ ਆ, ਇਹ ਮੈਂ ਆਪਣੇ ਹਾਇਰ ਸੈਲਫ ਤੋਂ ਜਾਣਦੇ ਹੋਏ ਜਾਂ ਹਾਇਰ ਸੈਲਫ ਨਾਲ ਜੁੜਦੇ ਹੋਏ ਹਾਈਐਸਟ ਔਰ ਵਾਈਐਸਟ ਇੰਟਰਸਟ ਦੇ ਵਿੱਚ ਜਿਹੜੀ ਮੇਰੀ ਸਭ ਤੋਂ ਬੁੱਧੀਮੱਤਾ ਵਾਲਾ ਕੰਮ ਜਿਹੜਾ ਹੈਗਾ ਉਹਦੇ ਨਾਲ ਜੁੜ ਕੇ ਮੈਂ ਫਿਰ ਇਹ ਸਾਰੇ ਕੰਮ ਕਰਨੇ ਸ਼ੁਰੂ ਕਰ ਦਿਆਂਗੀ। ਇਹਦੇ ਲਈ ਹੁਣ ਸਾਨੂੰ ਕਰਨਾ ਕੀ ਪਏਗਾ ਕਿ ਜੇਕਰ ਅਸੀਂ ਕਹਿ ਦਈਏ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਫਾਰਮੂਲਾ ਠੀਕ ਕੀਤਾ ਤੇ ਸਾਨੂੰ ਕੀ ਲੱਗੇਗਾ, ਕਿਉਂਕਿ ਜਦੋਂ ਮੈਂ ਪ੍ਰੈਕਟਿਸ ਕਰ ਰਹੀ ਸੀ ਤੇ ਮੈਨੂੰ ਵੀ ਲੱਗ ਰਿਹਾ ਸੀਗਾ ਕਿ ਬਸ ਪ੍ਰੈਕਟਿਸ ਹੋ ਗਈ ਲੇਕਿਨ ਚੀਜ਼ਾਂ ਕ੍ਰੀਏਟ ਨਹੀਂ ਹੋ ਰਹੀਆਂ, ਕਿਉਂਕਿ ਇੱਕ ਹੱਦ ਤੱਕ ਮੈਨੂੰ ਲੱਗਦਾ ਕਿ ਯਸ ਮੈਂ ਕਿਸੇ ਨੂੰ ਮਾਫ ਕਰ ਦਿੱਤਾ, ਇੱਕ ਹੱਦ ਤੱਕ ਮੈਨੂੰ ਲੱਗਦਾ ਕਿ ਯਸ ਮੇਰੀ ਜ਼ਿੰਦਗੀ 'ਚ ਸਭ ਚੀਜ਼ਾਂ ਬੈਸਟ ਹੋ ਰਹੀਆਂ ਨੇ, ਕਿਉਂਕਿ ਮੈਂ ਆਪਣੇ ਆਪ ਨੂੰ पहले मेरे अंदर जितनी नेगेटिविटी सी हुन मेरे अंदर उतनी नेगेटिविटी नहीं है, हुन मेरी बॉडी जो है पूरी क्लियर हो चुकी है, लेकिन चीज़ा सॉरी फिर भी मेरे जीवन च बदल नहीं रही हैं, है ना, फिर भी मेरे अंदर आसे पासे कुछ चीज़ां दिखाई दे रही हैं। ते इन्हों से इस तरह समझिए कि मान लो कोई इंसान एक रेगिस्तान दे विच है और दूर दूर तक जिथे पानी नहीं है वो जिस देखता है जाके कि अरे दूर दूर तक पानी नहीं है और अचानक उन्हें एक कुआं नजर आता है, बड़ा खुश होता है, दौड़दा जाता है, कुएं देखता है, कुआं पानी दे नाल भरिया दा, लबालब साफ सुथरा पानी है, बहुत खुश हो जाता है कि यस मैनू पानी मिल गया, और पानी लियो इंतजाम करता है कि कुएं चो पानी मैं किस तरह कड्डा। पानी पींदा है लेकिन पानी केड़ा हुंदा है, खारा हुंदा है, मिठा पानी नहीं हुंदा। यानी पानी तो है, चेंजेस तो आए मेरी लाइफ दे विच, मैनू दिख भी रहा कि मैं काफी चीज़ां, क्योंकि पहले तो पानी ही नहीं सी, कोई नहीं सी, बंजर जमीन बंजर सी, पानी का निशान सी, अचानक एक खूह प्रगट हो गया, अचानक मेरे अंदर एक पॉजिटिविटी दी एक एहसास शुरू हो गया, मैनू अच्छा लगना शुरू हो गया, जी बैड फीलिंग सीगियां ऊपर ऊपर दी सब निकल गई, लेकिन पानी हाले भी खारा है, पीन लायक पानी नहीं है, सारी सिचुएशन मेरे आसे पासे दी बदली नहीं। फिर मैं होर प्रैक्टिस कर दी इस चीज को, इत्थे मैं रुक नहीं जाना, क्योंकि शिकायत असीं की करना शुरू कर देनी, क्योंकि पानी दिख रहा है ना मेरे अंदर, वो नेगेटिविटी हुण उतना मैनू परेशान नहीं करती जितना पहले करती सी। मैं तो अपने आप को माफ करके मैनू लगता है सब चीज़ां क्लीयर हो गई, लेकिन इत्थे स्टॉप नहीं होंदियां चीज़ां, होर करांगे जदों असीं फिर थोड़ी होर इस प्रैक्टिस नूं करते जावांगे, फॉरगिवनेस थैंक थॉट ते जिहड़े फार्मूले दे उत्ते डीपली जाके काम करांगे, कोर थॉट नूं जाके पकड़ांगे, मेरे कोर दे विच किहड़ा थॉट है, जदों मैं ओदे उत्थे जाके ओदे नाल पकड़ के ओनू निकाल के ओदे नाल काम करांगी, तो फिर एक देखांगी कुआं दा पानी है, लेकिन उस कुएं दा पानी मिठा है, जिहड़ा कि मैं खुद पी भी सकदी हां और लोकां नू पिला भी सकदी हां। तो ए एक कंडीशन है, असीं सानू थोड़ी जिने चेंजेस तो बाद असीं रुक नहीं जाइए, क्योंकि ए प्रोसेस जिहड़ा है बहुत डीप है। जदों मैं ए प्रोसेस स्टार्ट कीता सी, मैं अपनी तुहानू शेयरिंग दस्सां कि लोकां नू माफ कर दिता, मैनूं लगदा सी मैं तो लोकां नू माफ कर दिता, इहनूं भी माफ करता, उहनूं भी माफ कर दिता, लेकिन मन च हाले भी दुख दी फीलिंग है, दुख दा एक एहसास जिन्हों कहते ना कि किहड़ा वाला एहसास, जिस तरह पुराने टाइम तो तुहानूं याद होएगा कि जदों चुल्हे जलाईदे सीगे ते रात दे टाइम सानूं भी याद है कि असीं जलाण तो बाद एक गोआ, एक मतलब पाथी जिन्हों कहंदे, काऊ डंक जिन्हों कहंदे ने, ओह असीं जलिया होया अग दे अंदर रख के उपर रख देईदा सी, ਉਹ ਧੀਰੇ ਧੀਰੇ ਸੁਲਗਦਾ ਰਹਿੰਦਾ ਸੀ। ਜਦੋਂ ਅਸੀਂ ਸਵੇਰੇ ਜਾਈਦਾ ਸੀ ਤੇ ਉਸੇ ਕਾਊ ਡੰਕ ਦੇ ਨਾਲ ਆਸੇ ਪਾਸੇ ਦੀ ਸਵਾਹ ਹਟਾ ਕੇ ਉਸੇ ਨਾਲ ਅਸੀਂ ਦੁਬਾਰਾ ਚੁੱਲ੍ਹਾ ਜਲਾ ਲਈਦਾ ਸੀ। तो यानी ऊपरों सब चीज शांत होगी, लेकिन वो अंदर जड़ी चिंगारी जो है ना सुलगदी पई है हाले भी, ऐसे करके चीज़ां सेक चुल्हा गर्म रहिंदा सी पूरा राती। हाँ उतना सेक नहीं सी आंदा कि सानू जलन होएगी, लेकिन सेक गर्म रहिंदा सी, क्योंकि अग उहदे अंदर भी है। तो जब सानू लग रहा है कि अगर मेरे 100% मेरे अंदर आसे पासे चीज़ां ठीक नहीं हो रही, मेरी बीमारी ठीक नहीं हो रही है, जो कुछ भी मैं सीन फील कर रही हूँ नहीं ठीक हो रही है, तो असीं जरूर अपने अंदर तक जाइए और इस माफ़ी नू ज़्यादा तो ज़्यादा करते रहिए। क्योंकि जो मैं माफ़ी का प्रोसैस किया तो मैनू याद आ रहा सीगा कि मैं उस गली तो उन्हां चीज़ां तो उन्हां बर्तनां तो उन्हां लोग जिन्होंने मैं नहीं जानती, मैनू हर किसी कोलों माफ़ी मंगनी पै रही सी, माफ़ी नहीं पै रही सी, क्योंकि मैनू सब तो ज़्यादा हैरानी उस दिन हुई कि जदों मैनू उस ध्यान दे विच बैठी और वो जगह जिस जगह दे उत्ते बैठ के मैं नेगेटिविटी क्रिएट कीती सी, वो जगह मैनू आके कह रही है कि मेरे को भी सॉरी बोल, तू मेरे उत्ते बैठ के इतनी नेगेटिविटी फैलाई, मैनू बहुत दुख पहुंचाया। वो दिन मेरे लिए हिलाने वाला सी कि अरे बाप रे, जगह भी इंसान तो छोड़ो, जगह भी फील कर रही है। तो ए अपनी खूबसूरती है साडी कि असीं इस प्रैक्टिस नू उन्नी हद तक करते चले जाना है। हुण असीं आ जाइए गुरबानी दी तरफ आ जाइए। कल असीं विचार दी गल जदों असीं कीती सी ते असीं 5 सरां दी गल कीती सी। 5 सर जिहड़े ने
ਸਾਨੂੰ ਪਰਮਾਤਮਾ ਨੇ ਅਚਨਚੇਤ ਹੀ ਜੋ ਕੁਝ ਅਸੀਂ ਪੜ ਰਹੇ ਹਾਂ ਸਾਨੂੰ ਪ੍ਰੈਕਟੀਕਲ ਉਹਨਾਂ ਨੇ ਕਰਕੇ ਦੇ ਦਿੱਤਾ, ਅਸੀਂ ਸਮਝ ਨਹੀਂ ਪਾਏ। ਇਹ ਸਾਡੀ ਗਲਤੀ ਹੈ, ਗੁਰੂ ਸਾਹਿਬ ਦੀ ਗਲਤੀ ਨਹੀਂ ਹੈ। ਹੁਣ ਜਦੋਂ ਮੈਂ ਪ੍ਰੈਕਟਿਸ ਕਰਾਂਗੀ, ਕਿਉਂਕਿ ਹੁਣ ਮੈਂ ਬੈਠ ਕੇ ਜਦੋਂ ਪ੍ਰੈਕਟਿਸ ਵੀ ਕਰਨ ਦੇ ਬਾਰੇ ਸੋਚ ਰਹੀ ਸੀ ਕਿ ਅਸੀਂ ਕਿਸ ਤਰ੍ਹਾਂ ਪ੍ਰੈਕਟਿਸ ਕਰਾਂਗੇ ਇਸ ਨੂੰ, ਈਸ਼ਵਰ ਦੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ। ਤਾਂ ਠੀਕ ਹੈ, ਕੋਈ ਐਸੀ ਚੀਜ਼ ਅੰਮ੍ਰਿਤਸਰ ਹੀ ਚਲੇ ਜਾਣੇ, ਸਾਡਾ ਫੇਮਸ ਪੰਜਾਂ ਤਖਤਾਂ ਦੇ ਵਿੱਚੋਂ ਅਗਰ ਹਰ ਤਖਤ ਦੀ ਆਪਣੀ ਜਗ੍ਹਾ ਤੇ ਕੀਮਤ ਹੈ, ਹਰ ਤਖਤ ਆਪਣੀ ਉੱਤੇ ਪੰਜੋ ਦੇ ਪੰਜੋ ਬਹੁਮੁੱਲੇ ਨੇ, ਲੇਕਿਨ ਜੇ ਇੱਕ ਸਭ ਤੋਂ ਸਰਵਮਾਨਯ ਜਿਹੜਾ ਸਰਵੋਪਰੀ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ, ਉਹ ਹੈ ਸਾਡਾ ਗੋਲਡਨ ਟੈਂਪਲ, ਹੈ ਨਾ, ਅੰਮ੍ਰਿਤਸਰ। ਹੁਣ ਅੰਮ੍ਰਿਤਸਰ ਦੇ ਵਿੱਚ ਅਸੀਂ ਕੱਲ ਕੀਤੀ ਸੀ ਕਿ 5 ਸਰ ਦੀ ਗੱਲ ਕੀਤੀ, ਤਾਂ ਆ ਗਿਆ ਸੰਤੋਖ ਸਰ। ਹੁਣ ਜਦੋਂ ਮੈਂ ਆਪਣੇ ਆਪ ਨੂੰ, ਜਦੋਂ ਮੈਨੂੰ ਯਾਦ ਹੈ ਮੈਂ ਆਪਣੀ ਨਾਨੀ ਦੇ ਨਾਲ ਜਾਂਦੀ ਹੁੰਦੀ ਸੀ ਛੋਟੇ ਹੁੰਦਿਆਂ, ਤੇ ਸੰਤੋਖ ਸਰ ਅਸੀਂ ਡੇਲੀ ਜਾਈਦਾ ਸੀ। ਪਹਿਲੇ ਸੰਤੋਖ ਸਰ ਜਾਣਾ, ਬਾਅਦ ਦੇ ਵਿੱਚ ਦਰਬਾਰ ਸਾਹਿਬ ਜਾਈਦਾ ਸੀ। ਕਈ ਵਾਰੀ ਸ਼ਹੀਦਾਂ ਦੇ ਆਸੇ ਪਾਸੇ ਦੇ ਗੁਰਦੁਆਰਿਆਂ ਚ ਵੀ ਚਲੇ ਜਾਈਦਾ ਸੀ, ਵਿਵੇਕ ਸਰ ਵਗੈਰਾ ਚ ਵੀ, ਲੇਕਿਨ ਮੇਨ ਸਾਡਾ ਸੰਤੋਖ ਸਰ ਔਰ ਦਰਬਾਰ ਸਾਹਿਬ ਹੀ ਹੁੰਦਾ ਸੀ ਡੇਲੀ। ਜਦੋਂ ਤੇ ਲਾਣਾ, ਸਫਾਈਆਂ ਕਰਨੀਆਂ, ਧੂਫ ਜਲਾਣੀ। ਅੱਜ ਅਸੀਂ ਉਹ ਧੂਫ ਪਹਿਲੇ ਜਲਾ ਕੇ ਆਉਂਦੇ ਸੀ, ਫਿਰ ਦੂਸਰੇ ਦਿਨ ਉਸਨੂੰ ਰਗੜ ਕੇ ਸਾਫ਼ ਕਰਦੇ ਸੀ। ਅੱਜ ਮੋਮਬੱਤੀ ਜਲਾ ਕੇ ਆਉਂਦੇ ਸੀ, ਫਿਰ ਦੂਸਰੇ ਦਿਨ ਉਹਨੂੰ ਰਗੜ ਕੇ ਸਾਫ਼ ਕਰਨਾ। तो ਇਹ ਚੀਜ਼ਾਂ ਮੇਰੇ ਲਈ ਬੜੀਆਂ ਸਮਝ ਉਦੋਂ ਕੁਛ ਨਹੀਂ ਸੀ ਆ ਰਿਹਾ ਹੁੰਦਾ, ਲੇਕਿਨ ਇੱਕ ਅੰਦਰ ਜਿਹਨੂੰ ਕਿਤੇ ਨਾ ਮੰਥਨ ਚੱਲਣਾ ਸ਼ੁਰੂ ਹੋ ਜਾਂਦਾ ਸੀ ਕਿ ਚੱਲ ਕੀ ਰਿਹਾ ਹੈ, ਕੀ ਸਿਖਾਣਾ ਚਾਹ ਰਹੀ ਹੈ ਮੇਰੀ ਨਾਨੀ ਮੈਨੂੰ ਇੱਥੇ ਲਿਆ ਕੇ। ਔਰ ਉੱਥੇ ਇੱਕ ਸਰੋਵਰ, ਫਿਰ ਪਰਿਕਰਮਾ ਕਰਨੀ, ਪਰਿਕਰਮਾ ਦੇ ਆਸੇ ਪਾਸੇ ਵੀ ਇੱਕ ਛੋਟਾ ਜਿਹਾ ਮੰਦਿਰ ਹੁੰਦਾ ਸੀ, ਉਹ ਕਹਿੰਦੇ ਸੀ ਬਾਬਾ ਸੰਤੋਖ ਦਾ ਮੰਦਿਰ ਹੁੰਦਾ ਸੀ, ਔਰ ਹਿੰਦੂ ਲੋਕ ਉੱਥੇ ਪੂਜਾ ਕਰਦੇ ਸੀ। ਮੈਨੂੰ ਯਾਦ ਹੈ ਮੈਂ ਬਹੁਤ ਛੋਟੀ ਸੀਗੀ, 6-7 ਸਾਲ ਦੀ ਰਹੀ ਹੋਵਾਂਗੀ, ਮੈਂ ਇੱਕ ਹਿੰਦੂ ਆਦਮੀ ਨੂੰ ਦੇਖਿਆ, ਉਹ ਬੈਗ ਲੈ ਕੇ ਆਇਆ ਸੀ, ਬਰੀਫ ਕੇਸ ਉਹਦਾ ਬੈਗ ਹੁੰਦਾ ਸੀ, ਚਮੜੇ ਦਾ ਬੈਗ ਸੀ। ਉਹਨੇ ਬੈਗ ਪੂਰਾ ਖੋਲਿਆ ਹੋਇਆ ਔਰ ਉੱਥੇ ਧੂਫ ਜਲਾ ਰਹੀ ਸੀ ਔਰ ਬੈਲ ਵਜਾਈ ਜਾ ਰਿਹਾ ਸੀ, ਉਹਦੇ ਚੋਂ ਕਰ ਕਰਕੇ ਬੈਗ ਦੇ ਵਿੱਚ ਚੀਜ਼ਾਂ ਪਾਈ ਜਾ ਰਿਹਾ ਸੀ ਹੱਥ ਦੇ ਨਾਲ ਹੀ, ਕਿ ਕੁਝ ਚੀਜ਼ਾਂ ਬਾਬਾ ਜੀ ਕੋਲੋਂ ਲੈ ਕੇ ਬੈਗ ਦੇ ਅੰਦਰ ਭਰੀ ਜਾ ਰਿਹਾ। ਔਰ ਉਹਨੇ ਜਦੋਂ ਉਹਦੇ ਬੋਡੀ ਮੂਵਮੈਂਟ ਤੋਂ, ਮੈਂ ਉੱਥੇ ਖੜੀ ਹੋ ਕੇ ਦੇਖਦੀ ਰਹੀ ਕਿਉਂਕਿ ਛੋਟੀ ਸੀ, ਕਿ ਮੈਂ ਵੀ ਹੈਰਾਨ ਸੀ ਕਿ ਕੀ ਕਰ ਰਿਹਾ। ਜਦੋਂ ਉਹਨੂੰ ਲੱਗਿਆ ਕਿ ਮੇਰਾ ਬੈਗ ਭਰ ਗਿਆ, ਉਹਨੇ ਜ਼ਿਪ ਬੰਦ ਕੀਤੀ ਔਰ ਮੱਥਾ ਟੇਕ ਕੇ ਚਲਾ ਗਿਆ। ਤਾਂ ਮੈਨੂੰ ਲੱਗਿਆ ਕਿ ਇੱਥੋਂ ਇਹਦਾ ਮਤਲਬ ਇੱਥੇ ਪੈਸੇ ਲੈਣ ਆ ਰਿਹਾ, ਕਿਉਂਕਿ ਜੋ ਦੇ ਐਕਸ਼ਨ ਸੀਗੇ ਪੈਸੇ ਲੈਣ ਆ ਰਿਹਾ। ਔਰ ਇੱਥੇ ਤਾਂ ਸੰਤੋਖ ਦੀ ਗੱਲ ਕੀਤੀ ਜਾਂਦੀ ਹੈ। ਇਹ ਉਹ ਟਾਈਮ ਹੈ ਜਦੋਂ ਸੰਤੋਖ ਦਾ ਅਰਥ ਵੀ ਮੈਨੂੰ ਨਹੀਂ ਸੀ ਪਤਾ, ਲੇਕਿਨ ਜੋ ਮੈਂ ਆਪਣੀ ਨਾਨੀ ਨੂੰ ਰਿਚੁਅਲਸ ਕਰਦੇ ਹੋਏ ਦੇਖਦੀ ਸੀ, ਤੇ ਮੈਨੂੰ ਲੱਗਦਾ ਸੀਗਾ ਕਿ ਮੇਰੀ ਨਾਨੀ ਤੋਂ ਉੱਥੋਂ ਦੀ ਜਿਹੜੀ ਚਰਨ ਧੂਲ ਹੈ ਉਹਨੂੰ ਹੀ ਇਕੱਠੀ ਕਰਦੀ ਸੀ। ਉਹ ਇਕੱਠੀ ਉਹਨੇ ਕਰਕੇ ਲਿਆਣੀ, ਬੜੇ ਪਿਆਰ ਨਾਲ ਇੱਕ ਰੁਮਾਲ ਦੇ ਵਿੱਚ ਰੱਖਣੀ, ਘਰ ਜਾ ਕੇ ਰੱਖਣੀ, ਔਰ ਉਸ ਚਰਨ ਧੂਲੀ ਨੂੰ ਉਸ ਜਦੋਂ ਵੀ ਕੋਈ ਬਿਮਾਰ ਹੋਣਾ, ਜੋ ਵੀ ਹੋਣਾ, ਉਹਨੇ ਐਜ਼ ਅ ਮੈਡੀਸਨ ਉਹਨੂੰ ਯੂਜ਼ ਕਰਨਾ। ਇਹ ਦੋ ਇਨਸੀਡੈਂਟ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਚੱਲ ਕੀ ਰਿਹਾ ਹੈ, ਉਹ ਆਦਮੀ ਕੀ ਕਰ ਰਿਹਾ ਔਰ ਮੇਰੀ ਨਾਨੀ ਕੀ ਕਰ ਰਹੀ ਹੈ। ਖੈਰ ਗੱਲ ਖਤਮ ਹੋ ਗਈ। ਜਦੋਂ ਮੈਂ ਹੁਣ ਇਸ ਸੈਸ਼ਨ ਜਦੋਂ ਮੈਂ ਲੈਣ ਬਾਰੇ ਸੋਚ ਰਹੀ ਸੀ, ਤਾਂ ਕਰਦੇ ਕਰਦੇ ਤੁਰੰਤ ਉਹ ਸਾਰੀ ਘਟਨਾ ਮੇਰੇ ਅੰਦਰ ਯਾਦ ਆ ਗਈ ਕਿ ਸੰਤੋਸ਼ ਲੈਣ ਜਾਣਾ ਸੀ ਉਸੇ ਉੱਤੇ। ਸੰਤੋਖ ਕਿ ਤੇਰੇ ਤੋਂ ਸਵਾਹ ਦਿੱਤੀ ਹੈ ਨਾ ਬਾਬਾ ਜੀ, ਇਹ ਵੀ ਤੇਰੀ ਕਿਰਪਾ। ਹੁਣ ਜਦੋਂ ਅਸੀਂ ਬਿਮਾਰੀ ਵਾਲਾ ਐਗਜ਼ਾਮਪਲ ਲੈ ਲਈਏ ਕਿ ਜਦੋਂ ਮੈਂ ਇਹ ਫਾਰਮੂਲਾ ਬਣਵਾਂਗੀ ਮੇਰੇ ਅੰਦਰ ਸੰਤੋਸ਼ ਦਾ ਗੁਣ ਆ ਜਾਏ, तो अगर संतोष का गुण मेरे अंदर आएगा तो मेरे अंदर एक सहन शक्ति आएगी। सहन शक्ति आएगी। अगर मैं बीमार हाँ तो मैंने कोई बंदे रोकणगे, तुसी ए चीज नहीं खानी, तू ए चीज नहीं करनी, तू इत्थे नहीं जा सकदी, तू ए नहीं खा सकदी। बीमारी आई है ਉਹਦੇ ਵਿੱਚ ਤੇ ਸਾਨੂੰ ਰੋਕਿਆ ਜਾ ਰਿਹਾ ਨਾ, ਸਾਨੂੰ ਰੋਕ ਰਿਹਾ ਕੋਈ ਇਨਸਾਨ। ਰੋਕਣ ਦੇ ਉੱਤੇ ਮੈਨੂੰ ਗੁੱਸਾ ਚੜ ਰਿਹਾ, ਮੈਨੂੰ ਇਰੀਟੇਸ਼ਨ ਅੰਦਰ ਹੋ ਰਹੀ ਹੈ। और अगर मैं संतोख के गुण ਨੂੰ डेवलप कर रही हाँ कि अच्छा बाबा जी तेरी मर्जी, ਅੱਜ ਦੀ ਡੇਟ 'ਚ ਤੂੰ ਮੈਨੂੰ इतना ही खान ਨੂੰ देना है, यही मेरी ਉਹ ਹੈ। ਔਰ ਧੀਰੇ ਧੀਰੇ ਜਦੋਂ ਮੈਂ ਸੰਤੋਖ ਦੇ ਉੱਤੇ ਸ਼ਿਫਟ ਹੁੰਦੀ ਜਾਵਾਂਗੀ, ਫਾਰਮੂਲੇ ਦੇ ਵਿੱਚ ਗੋਡ ਐਂਡ ਆਈ, परमात्मा तो संतोख है, तो मेरे अंदर भी संतुष्टता है। और क्लेम एंड एक्सेप्ट, इस संतोष ਨੂੰ मैं क्लेम भी करदी हां और एक्सेप्ट भी करदी हां फॉरगिवनेस ਦੇ ਨਾਲ। तो जिथे जिथे ਮੈਨੂੰ याद आंदा जाएगा कि अच्छा बाबा जी फलाने बंदे ने ਮੈਨੂੰ खान ਲਈ रोकिया और मेरे अंदर दुख की फीलिंग आ गई, और मैं कितना अपने मन में, सामने तो मैं कुछ नहीं बोल पाई, लेकिन अपने मन के अंदर दुखी होंदी रही कि बाबा जी मैं इतनी ना हो, ए भी चीज नहीं खा सकती, ए भी चीज नहीं खा सकती। तो तुरंत आई एम संतोख, संतोष, संतोष मैं ही संतोष हाँ। संतोष कोई बाहर चीज नहीं है, वो मैं ही हाँ, मेरे ही अंदर है। तो मैं जदों उस अवस्था ਦੇ ਵਿੱਚ ਚਲੀ ਜਾਵਾਂਗੀ, मैं ਦੇਖਾਂਗੀ ਆਟੋਮੈਟਿਕਲੀ ਖਾਣ ਪੀਣ ਲਈ ਜਿਸ ਵੀ ਚੀਜ਼ਾਂ ਲਈ ਮੇਰੇ ਅੰਦਰ ਇਰੀਟੇਸ਼ਨ ਉੱਠਦੀ ਚਲੀ ਜਾ ਰਹੀ ਸੀ, ਉਹ ਆਟੋਮੈਟਿਕਲੀ ਮੇਰੇ ਅੰਦਰੋਂ ਸਮਾਪਤ ਹੋਣੀ ਸ਼ੁਰੂ ਹੋ ਜਾਏਗੀ। तो पहले फॉर्मूले ਨੂੰ ਅਸੀਂ ਸੰਤੋਸ਼ ਦੇ ਨਾਲ ਜੋੜ ਕੇ ਦੇਖੀਏ, ਈਜ਼ੀ, ਅਸੀਂ ਪ੍ਰੈਕਟਿਸ ਕਰਨੀ ਹੈ तो ईजी हो जाएगा।
ਸੈਕਿੰਡ ਆ ਜਾਂਦਾ ਹੈ ਵਿਵੇਕ ਸਰ। ਹੁਣ ਵਿਵੇਕ ਦੇ ਵਿੱਚ ਕੀ ਹੈ, ਮੈਨੂੰ ਬੁੱਧੀ ਵੀ ਤਾਂ ਚਾਹੀਦੀ ਹੈ ना, कि मैं डिफरेंशिएट कर सका मैं की खाना है की नहीं खाना, क्योंकि भुखी थोड़ी रहांगे, बॉडी ਨੂੰ ਖਾਣ ਨੂੰ ਤਾਂ ਚਾਹੀਦਾ ਹੀ ਹੈ। तो विवेक ਦੇ ਅੰਦਰ ਮੈਂ ਬਾਬਾ ਜੀ ਦਾ ਜਿਹੜਾ ਵਿਵੇਕ ਹੈ, ਜਿਹੜੀ ਆਲ ਨੋਇੰਗ ਇੰਟੈਲੀਜੈਂਸ ਮੇਰੇ ਅੰਦਰ ਹੈ, ਬਾਬਾ ਜੀ ਨੇ ਇਨਬਿਲਟ ਕਰਕੇ ਦਿੱਤੀ ਹੈ ਕਿ ਮੇਰੀ ਬॉडी ਨੂੰ ਪਤਾ ਹੈ ਮੈਨੂੰ ਕੀ ਚਾਹੀਦਾ, ਮੇਰੀ ਹਰ ਚੀਜ਼ ਦੀ ਨੌਲੇਜ ਮੇਰੇ ਹੀ ਅੰਦਰ ਹੈ। ਸਭ ਤੋਂ ਵੱਡਾ ਡਾਕਟਰ ਮੇਰੇ ਅੰਦਰ ਹੈ। ਉਹ ਆਲ ਨੋਇੰਗ ਇੰਟੈਲੀਜੈਂਸ ਮੈਂ ਇਸ ਨੂੰ ਕਰਾਂਗੇ ਉਹਦੇ ਉੱਤੇ ਜਾ ਕੇ, ਜਦੋਂ ਮੈਂ ਵਿਵੇਕ ਦੇ ਵਿੱਚ ਜਾ ਰਹੀ ਹਾਂ, ਵਿਵੇਕ ਸਰ ਜਾ ਰਹੀ ਹਾਂ। ਨਾਰਮਲੀ ਸੋਚ ਕੇ ਦੇਖੋ ਗੁਰੂ ਸਾਹਿਬ ਨੇ ਇਹ ਵਿਵੇਕ ਸਰ ਕਿਉਂ ਬਣਾਏ ਹੋਣਗੇ। तो ਜਦੋਂ ਮੈਂ ਵਿਵੇਕ ਸਰ ਦੇ ਵਿੱਚ ਜਾ ਰਹੀ ਹਾਂ ਤਾਂ ਯਾਨੀ ਮੇਰੀ ਬੁੱਧੀ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ, ਮੇਰੀ ਬੁੱਧੀ ਦੇ ਅੰਦਰ ਵਿਵੇਕ ਨੂੰ ਜਾਗਰਤ ਕੀਤਾ ਜਾ ਰਿਹਾ। ਬੁੱਧੀ ਤੋਂ ਹੈ, ਬੁੱਧੀ ਤੋਂ ਜਾਨਵਰ ਦੇ ਕੋਲ ਵੀ ਹੈ, ਬੁੱਧੀ ਤੋਂ ਪਾਗਲ ਦੇ ਕੋਲ ਵੀ, ਉਹ ਪੱਥਰ ਮਾਰਦਾ ਦੂਸਰੇ ਨੂੰ, है ना। ठीक और गलत ਦਾ ਤਾਂ ਉਹਨੂੰ ਵੀ ਪਤਾ, ਚਿੜੀ ਨੂੰ ਵੀ ਪਤਾ, ਚਿੜੀਆਂ ਨੂੰ ਵੀ ਪਤਾ ਹੈ ਮੈਂ ਆਪਣਾ ਘਰ ਕਿੱਦਾਂ ਬਣਾਉਣਾ। ਇਤਨੀ ਬੁੱਧੀ ਹੈ ਉਹਨਾਂ ਕੋਲ, ਰਾਈਟ ਔਰ ਰੋਂਗ ਦੀ ਬੁੱਧੀ ਨਹੀਂ ਹੈ ਉਹਨਾਂ ਕੋਲ, ਵਿਵੇਕ ਨਹੀਂ ਹੈ ਉਹਨਾਂ ਦੇ ਕੋਲ। ਬੁੱਧੀ ਸਭ ਦੇ ਕੋਲ ਹੈ, ਜਾਨਵਰ ਦੇ ਕੋਲ ਹੈ, ਚੀਂਟੀ ਦੇ ਕੋਲ ਵੀ ਹੈ, ਸਭ ਦੇ ਕੋਲ ਬੁੱਧੀ ਹੈ, ਲੇਕਿਨ ਵਿਵੇਕ ਨਹੀਂ ਹੈ। ਫਿਰ ਅਸੀਂ ਵਿਵੇਕ ਨੂੰ ਜਾਗਰਤ ਕਰਨ ਲਈ ਆਪਣੇ ਅੰਦਰ ਕਿ ਬਾਬਾ ਜੀ ਮੇਰੇ ਅੰਦਰ ਵਿਵੇਕ ਜਾਗਰਤ ਹੋ ਜਾਏ, ਸਹੀ ਔਰ ਗਲਤ ਦੀ ਪਹਿਚਾਨ ਹੋ ਜਾਏ, ਮੇਰੇ ਅੰਦਰ ਜਿਹੜੀ ਪ੍ਰਗਿਆਤਮਾ ਹੈ, ਆਲ ਨੋਇੰਗ ਇੰਟੈਲੀਜੈਂਸ, ਅਸੀਂ ਉਹ ਫਾਰਮੂਲਾ ਕ੍ਰੀਏਟ ਕਰਾਂਗੇ, ਫਿਰ ਅਸੀਂ ਉਹਦੇ ਤੇ ਕੰਮ ਕਰਾਂਗੇ। ਫਿਰ ਆ ਜਾਂਦਾ ਹੈ ਤੀਸਰਾ ਕੌਲਸਰ। ਕੌਲਸਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਨੈਗੇਟਿਵ ਥਾਟਸ ਨੇ, ਇਹਨਾਂ ਨੂੰ ਮੈਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਕਿਚੜ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਕਮਲ ਦੇ ਤਰੀਕੇ ਨਾਲ ਕਿਸ ਤਰ੍ਹਾਂ ਕਰਨਾ ਹੈ। तो ਕਮਲਾ ਕੌਲ ਬਣਨ ਵਾਸਤੇ, ਕਮਲ ਨੂੰ ਕ੍ਰੀਏਟ ਕਰਨ ਵਾਸਤੇ ਔਰ ਪ੍ਰਗਿਆਤਮਾ, ਅਗਰ ਮੈਂ ਹੁਣ ਇਹਦੇ ਚ ਅਗਰ ਕਹਾਂਗੀ ਕਿ ਅਗਰ ਨੈਗੇਟਿਵਿਟੀ ਨੂੰ ਮੈਂ ਆਪਣੇ ਅੰਦਰ ਦੇ ਹਿਰਦੇ ਦੇ ਕਮਲ ਨੂੰ ਖਿਲਾਣਾ ਹੈ ਤੇ ਮੈਨੂੰ ਪ੍ਰੇਮ ਦੀ ਪ੍ਰੈਕਟਿਸ ਕਰਨੀ ਪਏਗੀ। ਮੇਰੇ ਹਿਰਦੇ ਦਾ ਕਮਲ ਉਹ ਪਿਆਰ ਤੋਂ ਬਿਨਾਂ ਖਿਲ ਹੀ ਨਹੀਂ ਸਕਦਾ, ਉਹਨੂੰ ਪਿਆਰ ਚਾਹੀਦਾ। तो प्रेम ਦੀ ਪ੍ਰੈਕਟਿਸ ਕਰਾਂਗੇ ਅਸੀਂ, ਜਿਸ ਪ੍ਰੇਮ ਨੂੰ ਅਸੀਂ ਕਹਿ ਰਹੇ ਕਿ ਅਸੀਂ ਪ੍ਰੇਮ ਹਾਂ, ਗॉड इज लव, गॉड इज लाइट, तो ਅਸੀਂ ਉਸ ਪਿਆਰ ਦੀ ਪ੍ਰੈਕਟਿਸ ਕੌਲਸਰ ਤੋਂ ਪ੍ਰੇਰਿਤ ਹੋ ਕੇ ਲਾਂਗੇ ਕਿ ਯਸ ਮੈਂ ਇਸ ਨੂੰ ਵੀ ਪਿਆਰ ਕਰਨਾ ਹੈ, ਇਸ ਨੂੰ ਵੀ ਪਿਆਰ ਕਰਨਾ। ਜੋ ਵੀ ਮੇਰੇ ਅੰਦਰ ਆਸੇ-ਪਾਸੇ ਚੀਜ਼ਾਂ ਜਿਨ੍ਹਾਂ ਨੂੰ ਵੀ ਦੇਖ ਕੇ ਮੇਰੇ ਅੰਦਰ ਨੈਗੇਟਿਵਿਟੀ ਆ ਰਹੀ ਹੈ, ਹਰ ਉਸ ਵਿਚਾਰ ਨੂੰ, ਹਰ ਉਸ ਭਾਵ ਨੂੰ ਮੈਂ ਪਿਆਰ ਦਾ ਬੀਜ ਦੇਣ ਵਾਲੀ ਹਾਂ, ਪਿਆਰ ਦੀ ਜਿਹਨੂੰ ਕਹਿੰਦੇ ਨਾ ਕਿ ਨਿੱਘ ਦੇਣ ਵਾਲੀ ਹਾਂ, ਪਿਆਰ ਦਾ ਸੇਕ ਦੇਣ ਵਾਲੀ ਹਾਂ, ਤਾਂ ਕਿ ਉਹ ਮੇਰੇ ਹਿਰਦੇ ਦਾ ਕਮਲ ਜਿਹੜਾ ਹੈ पूरा खिल के बाहर आ जाए। और कमल दे फुल सब तो कीमती हुंदा जेड़ा असी परमात्मा नु पेंट करते हैं, असी अपने नहीं लेकिन हिंदू लोग दे विच कमल दे फुल नु लक्ष्मी जी नु पेंट करते हैं कि लक्ष्मी अगर पूजन कर रहे हैं तो कमल दा फुल उन्हां नु चाहिदा ही चाहिदा है। और कमल दा फुल बहुत रेयर हुंदे ने, आम इस तरह मिलते नहीं है, सब नु पता है गुलाब और ये सब दी हो जांदा है। कमल दी खेती थोड़ी मुश्किल नाल हुंदी है, वो ईजी नहीं हुंदी है। और किचड़ तो जाके फुल तोड़ के लियाना यह भी एक आर्ट है। तो यह सारिया चीज़ों असीं फील करिए जदों असीं इसकी प्रैक्टिस करांगे। फिर आ जाता है कॉल तो बाद राम। राम सर यानी वननेस नूं असीं फील करना है। तू और मालिक मैं अलग नहीं हाँ, तू और मैं, असी उस सिंगल थॉट जिहड़ा वननेस नूं कर रहा है, असी इस फॉर्मूले नूं वननेस दे नाल प्रैक्टिस करांगे इह सत्तां दे उत्ते, और देखांगे इह चीज़ां साडे अंदर ऑटोमैटिकली आ जाणगीआं। फिर अमृतसर यानी सर्विस करना, फिर असी करांगे कि ऑटोमैटिकली हुण अमृतसर दे विच की है, ऑटोमैटिकली रामदास सरोवर नाते सबूतरे पाक कमाते जेड़ा भी आ रहा है उत्थे जाके फिर कुछ ऐ नहीं है कि हिंदू है मुसलमान है इत्थे है ना, जेड़ा मर्जी आ रहा है। चारों दरवाजे खुले ने उस गुरुद्वारे दे, चार दरवाजे ने, चारों ही खुले ने, चारों पासे ही बेर लगे हुए ने, चारों पासे ही बेर ने, 3 बेर तो खैर मैनू याद ने, दुखपंजनी साहब है, बेरी साहब भी है, और इधरों बाबा बुड्ढा जी की बेरी है, चौथे पासे भी जरूर कुछ होएगा, मेरे इस टाइम दिमाग च नहीं है, लेकिन 3 बेरियां तो मैंने पता है, तीनों रस्ते दे उत्ते ने और सारियां इंपॉर्टेंट ने कि असीं फिर खिल के खुल के इन्हां चीज़ां दी तरफ आ जावांगे। तो सिंगल थॉट दा कॉन्सैप्ट तां सानू गुरु साहब ने दे ही दिता सी जदों सानू 5 सर दिते, लेकिन 5 इशनानी महा गया नहीं कि जदों असीं परिक्रमा करांगे, क्योंकि एक टाइम कीती सी असीं परिक्रमा भी 5 सारी को इक्को दिन जाके असीं 5 सर जाके कीता सी, और उदों समझ नहीं सी आ रही कि विवेक सर क्यों किया, कौल सर क्यों किया, लेकिन लग रहा सी कि हाँ कुछ तो मैसेज है इहदे च। और जिहड़ा उन्होंने बाणियां भी 5 देतियां, हर चीज 5 च डिवाइड कर दी, हर चीज जो भी, तो यह बहुत ही खूबसूरत जिहा कॉन्सैप्ट है जिसनों अपने अपने जीवन दे विच लैके आईए असीं।
तो यह फार्मूले की ਅਸੀਂ प्रैक्टिस करनी शुरू कर दईए और देखांगे इस फार्मूले की प्रैक्टिस, क्योंकि ਅਸੀਂ जुड़ी हुई ਸਾਡੀਆਂ जड़ां ਜਿਹੜੀਆਂ ਨੇ अपने दरबार साहब ਦੇ ਨਾਲ ਨੇ, गुरु साहब ਦੇ ਨਾਲ ਨੇ। तो इस फार्मूले ਦੀ बहुत ईजी प्रैक्टिस हो जाएगी। और एक टाइम अगर ਸਾਨੂੰ फार्मूले ਦੀ ਅਸੀਂ प्रैक्टिस कर ਲਈ डीपली, तो छोटियां मोटियां चीज़ां और बाकी ਦੀਆਂ चीज़ां ਨੂੰ मैनीफेस्ट करना ਸਾਡੇ ਲਈ आसान हो जाएगा। आई होप मैं ਇਹ ਜਿਹੜਾ फार्मूले ਨੂੰ मैनीफेस्ट किस तरह करना है, डूइंग दे विच जाके किस तरह एक्शन साडे अच्छे किस तरह होने शुरू हो जाएंगे, क्योंकि जिस तरह ਅਸੀਂ इस फार्मूले ਦੀ प्रैक्टिस कर लांगे ते साडे डीप दे विच ਅਸੀਂ ਇਹਨਾਂ चीज़ां दे नाल जुड़ जावांगे ते ऑटोमैटिकली मेरे एक्शंस, जिस तरह मैं कहती सी मेरे एक्शंस रॉन्ग होने शुरू हो जाते हैं बिना चाहे भी, बिना चाहते हुए एक्शंस बेस्ट 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 बेस्टेस्ट ही होंगे चले जाएंगे। तो आई होप मैं अपना टॉपिक जिहड़ा है अज का क्लीयर कर दिता है। तो इफ इट इज क्लीयर देन असी ध्यान की तरफ चलते हैं। अगेन ध्यान असी करना है तो असी अपनी अखां जिहड़ियां ने वो असी बंद कर लेंगे। थोड़ा पानी का घुट पी लांगे, 3 लॉक लगावांगे, सुख आसन च बैठ के लत्तां नूं क्रॉस करांगे। लत्तां नूं क्रॉस करन तो बाद हत्थां नूं उंगलियां दे विच उंगलियां नूं फसा लांगे। अखां साड़ियां ऑलरेडी बंद है। मन बिल्कुल 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 शांत है, बिल्कुल शांत, चित शांत, बॉडी रिलैक्स। ध्यान श्वास ते, सांस आ रही है, सांस जा रही है। Breathe in, breathe out. चित दी गहराई च जाइए, पहुंच जाइए अमृतसर, सिफती दा घर। अखां दे सामने संतोख सर नूं लेके आइए। Single thought, satisfaction, संतुष्टि। देह नाम संतोखिया उतरे मन की भुख। फील करिए संतोष नूं।
दया कपाह संतोख सोत जत गंडी कटवत एहे जनेऊ जिए का भई तपांडे कत। संतोख की अवस्था। कोठरे में कोठरी परम कोठी विचार कुरतीनी बस्त कबीर को ले बहु बस्त संभाल। सिंगल थॉट। विवेक। संता मानो दूता डानो एह कुटवारी मेरी रैन दिवस तेरे पाव पलोसों केस चवर कर फेरी।
छाती वाओ न लग गई, पार ब्रह्म शरणाई। चौगिर्द हमारे राम का, दुख लगे न पाई। सतगुर पूरा भेटिया, एह बनत बनाई। राम नाम औखद दिया, एका लिवलाए। कौलसर ना कोई सोच, ना कोई विचार, ध्यान स्वास्थ्य। दुख दारू सुख रोग पया, जहाँ सुख धाम न होए। तू करता करना मैं नाही, ना हूँ करी न होए। कौलसर बुराई ते अच्छाई दी जीत।
अंतर पूजा मनते होई, एक को वेखे अवर न कोई। दूजे लोकी बहुत दुख पाया, सतगुर मैनू एक दिखाया। जो दिसे सो तेरा रूप, गुण निधान गोविंद अनूप। फील करिए अमृतसर नु, अमृत सरोवर जितना ते कौआ हंस हुए। कागो हंस करे, अमृत बानी हर हर तेरी, सुन सुन होवे परम गत मेरी।
चिम चिम बरसे अमृत तारा। अमृत बाणी हर हर तेरी, सुन सुन होवे परम गत मेरी।
सरोवर नाते उतरे पाप कमाते। विचारां दा इशनान। सोचिए बार बार अमृतसर ਨੂੰ ਕਿਉਂ ਸਰੋਵਰ ਨੂੰ ਪੂਰਨ ਗੱਲਾਂ ਹੋ ਰਹੀਆਂ ਸਨ। ਕੀ ਹੈ ਇਸ ਅੰਮ੍ਰਿਤ ਸਰੋਵਰ ਵਿੱਚ? Last 2 minutes, masters. ਇੱਕ ਨਵੀਂ ਸਮਝ ਦੇ ਨਾਲ ਆਪਣੇ ਮਨ ਨੂੰ ਦੁਖਪੰਜਨੀ ਬੇਰੀ ਦੇ ਨੀਚੇ ਜਾ ਕੇ ਇਸ਼ਨਾਨ ਕਰਾਓ। ਫੀਲ ਕਰੀਏ ਮਨ ਦੇ ਸਾਰੇ ਵਿਚਾਰ, ਸਾਰੇ ਡਰ, ਸਾਰੀਆਂ ਚਿੰਤਾਵਾਂ, ਸਾਰੇ ਖੌਫ समाप्त हो गए। जो तुद पावे नानका कागो हंस करे। मेरा प्रभ मौलिया सद बसंत, एह मन मौलिया गाई गुण गोबिंद। मन तन हरिया सहज सुभाए, नानक नाम रहे लिव लाए। इस खूबसूरत जी अवस्था तो, ध्यान की अवस्था तो धीरे धीरे अपने आप को बाहर लैके आने का जतन करिए। टेन, 9, 8, 7, 6, 5, 4, 3, 2, 1 शून्य। बिल्कुल खाली। दोनों हत्थां नूं अपनी अखां दे उत्ते रखांगे। हुणे जो एनर्जी इस ध्यान तो प्राप्त हुई है, उस एनर्जी नूं फील करांगे। फील करते हुए, हसते हुए, मुस्कुराते हुए, अपना टाइम लेंदे हुए धीरे धीरे अखां नूं खोलांगे। फाइव, 4,
3, 2, 1, 0. थैंक यू मास्टर्स, इतना खूबसूरत मौका देने ਲਈ। ਤੁਸੀਂ ਸਾਰਿਆਂ ਨੇ इतना खूबसूरत मौका दिता, ਤੁਹਾਡੇ ਸਾਰਿਆਂ ਦਾ ਧੰਨਵਾਦ। ਉਸ ਅਕਾਲ ਪੁਰਖ ਸਰਵ ਸ਼ਕਤੀਮਾਨ ਦਾ ਧੰਨਵਾਦ, ਉਸਨੇ ਇਸ ਚੀਜ਼ ਨੂੰ ਇਸ ਲਾਇਕ ਸਮਝਿਆ, ਚੁਣਿਆ, ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ। ਔਰ ਥੈਂਕ ਯੂ ਤੁਹਾਡੇ ਸਾਰਿਆਂ ਦਾ ਫॉर ਬੀਇੰਗ ਇਨ ਮਾਈ ਲਾਈਫ। ਥੈਂਕ ਯੂ ਮਾਸਟਰਸ। Thank you, ma'am. Thank you so much.